ਇਹ ਬਰਮਿੰਗਮ ਜਿਹੜਾ ਕਿ ਇੰਗਲੈਂਡ ਦਾ ਇੱਕ ਹੋਰ ਵੱਡਾ ਸ਼ਹਿਰ ਲੰਡਨ ਤੋਂ ਬਾਅਦ, ਤੇ ਇਸ ਸੋਹੋ ਰੋਡ ਦੇ ਆਲੇ ਦੁਆਲੇ ਕੋਈ ਸਮਾਂ ਹੁੰਦਾ ਸੀ ਜਦੋਂ ਬਹੁਤਾ ਬਾਜ਼ਾਰ, ਉਹਦੀਆਂ ਦੁਕਾਨਾਂ, ਸਟੋਰ ਜਿਹੜੀਆਂ ਉਹ ਪੰਜਾਬੀ ਭਾਈਚਾਰੇ ਦੇ ਕੋਲ ਹੁੰਦੀਆਂ ਸੀ। ਤੁਹਾਨੂੰ ਬਹੁਤੇ ਮਕਾਨ ਜਿਹੜੇ ਆ ਪੁਰਾਣੇ ਨਜ਼ਰ ਆਉਣਗੇ, ਇੱਕ ਵੱਖਰੀ ਕਿਸਮ ਦਾ ਜਿਹੜਾ ਉਹ ਆਨੰਦ ਹੈ, ਬਿਲਕੁਲ ਪੁਰਾਣੀ ਕਿਸਮ ਦੇ ਨੇ। ਇਹ ਉਹ ਬੱਸਾਂ ਨੇ ਜਿਨ੍ਹਾਂ ਦੇ ਵਿੱਚ ਤੜਕੇ ਬਹਿ ਕੇ ਪੰਜਾਬੀ ਜਿਹੜੇ ਆ ਕੰਮਾਂ ਕਾਰਾਂ ਦੇ ਉੱਤੇ ਜਾਂਦੇ ਆ, ਫਿਰ ਸ਼ਾਮ ਨੂੰ ਵਾਪਸ ਆਉਂਦੇ ਆ। ਬਹੁਤ ਵੱਡਾ ਸਹਾਰਾ ਇੰਗਲੈਂਡ ਵਰਗੇ ਮੁਲਕ ਦੇ ਵਿੱਚ। 13-14 ਸਾਲ ਪਹਿਲਾਂ ਜਦੋਂ ਇੰਗਲੈਂਡ ਆਏ ਸੀ, ਉਦੋਂ ਤਾਂ ਹੁਣ ਦੇ ਇੰਗਲੈਂਡ 'ਚ ਕੋਈ ਫਰਕ ਜੀ? ਹੁਣ ਮਹਿੰਗਾਈ ਬਹੁਤ ਹੋ ਗਈ। ਮਹਿੰਗਾਈ ਹੋ ਗਈ ਆ? ਹਾਂਜੀ, ਬਹੁਤ ਹੋ ਗਈ ਮਹਿੰਗਾਈ। ਤੁਸੀਂ ਗਰੋਸਰੀ ਆਪ ਲੈਣ ਜਾਂਦੇ ਆ? ਹਾਂਜੀ ਜੀ। ਕਿਹੜੀ ਚੀਜ਼ ਮਹਿੰਗੀ ਹੋਈ? ਆਟਾ, ਦਹੀਂ, ਦੁੱਧ, ਕੋਈ ਇੱਕ ਦੀ ਚੀਜ਼ ਉਸ ਵੇਲੇ ਤੰਗ ਕਰਦੀ ਆ? ਸਾਰੀਆਂ ਚੀਜ਼ਾਂ ਮਹਿੰਗੀਆਂ ਭਾਜੀ। ਅੱਛਾ, ਤੇ ਇੱਥੇ ਫਿਰ ਕਿਵੇਂ ਦਾ ਮਾਹੌਲ ਜੋ ਸੋਚ ਕੇ ਆਏ ਸੀ ਉਦਾਂ ਦਾ ਕਿ ਵੱਖਰਾ? ਦੇਖੋ ਜੀ, ਜਦੋਂ ਮੈਂ ਤਾਂ ਸਹੀ ਗੱਲ ਕਹਾਂਗਾ ਕਿ ਜਦੋਂ ਸਾਡੇ ਪੰਜਾਬ 'ਚ ਕਿਸੇ ਦਾ ਵੀਜ਼ਾ ਲੱਗਦਾ, ਉਹਨੂੰ ਤਾਂ ਲੱਗਦਾ ਲੱਖਾਂ ਵਿੱਚੋਂ ਇੱਕ ਹੈ। ਠੀਕ ਹੈ ਜੀ। ਪਰ ਇੱਥੇ ਆ ਕੇ ਵੇਖਦਾ ਕਿ ਉਹਦੇ ਵਰਗੇ ਕਈ ਲੱਖਾਂ ਘੁੰਮ ਰਹੇ ਆਣਾ। ਮੈਂ ਕਹਿੰਦਾ ਆਪਣਾ ਚੰਗੀ ਤਰ੍ਹਾਂ ਵਿਚਾਰ ਕੇ ਆਓ। ਹਾਂ, ਸਟੂਡੈਂਟ ਨਾਲ ਵਧੀਆ ਸਕਿੱਲ ਵਰਕਰ ਵੀਜ਼ਾ ਤੇ ਆਓ, ਕਿਉਂਕਿ ਪੈਸੇ ਤਾਂ ਉਨੇ ਲੱਗਦੇ ਆ। ਤੇ ਜੇਕਰ ਇੰਜ ਵਾ ਕਿ ਸੁਣੀਆਂ ਸੁਣਾਈਆਂ ਗੱਲਾਂ ਤੇ ਆਓ ਨਾ, ਉਹ ਫਿਰ ਸੁਣੀਆਂ ਸੁਣਾਈਆਂ ਰਹਿ ਜਾਂਦੀਆਂ, ਕਿ ਇਹਨੂੰ ਦੋਸ਼ ਥੋੜ੍ਹਾ ਨਾ ਦੇ ਸਕਦੇ ਜਦੋਂ ਤੁਸੀਂ ਇਹ ਵਾ। ਜਿੰਨੀ ਕੁ ਕਮਾਈ ਹੁੰਦੀ ਹੈ ਉਹਦੇ ਵਿੱਚੋਂ ਮੋਟੇ ਪੈਸੇ ਬੰਦਾ ਪਿੰਡ ਨੂੰ ਭੇਜ ਸਕਦਾ ਕਿ ਕਿਰਾਇਆ, ਗਰੋਸਰੀ, ਟੈਲੀਫੋਨ ਦਾ ਬਿੱਲ, ਹੋਰ ਲਟਰਮ ਸ਼ਟਰਮ ਵੀ ਖਰਚੇ ਹੁੰਦੇ ਆ। ਕੀ ਲੱਗਦਾ ਅੱਜ ਦੇ ਸਮੇਂ 'ਚ? ਤੁਹਾਨੂੰ ਕੰਮ ਆਉਂਦਾ ਹੋਏ ਤਾਂ ਸਵਰਗ ਹੈ। ਇੱਕ ਬੈਡ ਵਰਸ ਵਸਟ ਦੀ ਫਾਰਮ ਹੁੰਦੀ ਹੈ ਨਾ, ਥਰਡ ਫਾਰਮ ਲੱਗਦੀ ਹੈ, ਜਾਂ ਤੇ ਵਸਟ ਹੋਏਗਾ ਜਾਂ ਬੈਸਟ ਹੋਏਗਾ। ਵਿੱਚ ਗੁੱਡ, ਬੈਟਰ ਜਾਂ ਬੈਡ ਵਰਸ ਨਾ ਸੋਚਿਓ, ਵਿੱਚ ਵਿਚਾਲਾ ਕੁਝ ਨਹੀਂ ਹੈਗਾ। ਵਿੱਚ ਵਿਚਾਲਾ ਕੁਝ ਨਹੀਂ ਹੈਗਾ। ਇੰਗਲੈਂਡ ਦੇ ਬਰਮਿੰਗਮ ਦੇ ਸੋਹੋ ਰੋਡ ਤੋਂ ਇਹ ਜਿਹੜੀਆਂ ਜਾਣਕਾਰੀਆਂ ਨੇ ਉਹ ਖਾਣੇ ਪੈਣਗੀਆਂ ਆਪਣੇ। ਆਪਾਂ ਨਹੀਂ ਕਿਸੇ ਨੂੰ ਰੋਕਦੇ ਭਾਈ, ਜਿਹਦਾ ਜੀ ਕਰਦਾ ਜੰਮ ਕੇ ਆਓ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇੱਥੇ ਆਣ ਕੇ ਫਿਰ ਨਿਰਾਸ਼ਾ ਦਾ ਸਾਹਮਣਾ ਨਾ ਆਪਾਂ ਨੂੰ ਕਰਨਾ ਪਵੇ। ਗੱਲ ਫੇਰ ਬਣਦੀ ਹੈ। ਹੁਣ ਕਿਸੇ ਵੀ ਤਰ੍ਹਾਂ ਦੀ ਡਿਸ਼, ਕੇਬਲ ਜਾਂ ਬਾਕਸ ਤੋਂ ਬਿਨਾਂ ਦੇਖੋ ਪ੍ਰਾਈਮ ਏਸ਼ੀਆ ਟੀਵੀ ਬਿਲਕੁਲ ਫ੍ਰੀ। ਜੇਕਰ ਤੁਹਾਡੇ ਕੋਲ ਸੈਮਸੰਗ, LG, roku, ਐਪਲ ਟੀਵੀ ਜਾਂ ਹੋਰ ਕੋਈ ਵੀ ਸਮਾਰਟ ਟੀਵੀ ਹੈ ਤਾਂ ਪ੍ਰਾਈਮ ਏਸ਼ੀਆ ਟੀਵੀ ਦੀ ਐਪ ਸਰਚ ਕਰਕੇ ਇੰਸਟਾਲ ਕਰ ਲਓ। ਤੁਸੀਂ ਜਿਸ ਵੀ ਦੇਸ਼ 'ਚ ਰਹਿੰਦੇ ਹੋ ਉੱਥੋਂ ਦੇ ਪ੍ਰੋਗਰਾਮ ਤੇ ਖਬਰਾਂ ਵੇਖ ਸਕਦੇ ਹੋ, ਕਿਉਂਕਿ ਹੁਣ ਹਰ ਦੇਸ਼ ਲਈ ਵੱਖਰਾ ਪ੍ਰਾਈਮ ਏਸ਼ੀਆ ਟੀਵੀ ਚੈਨਲ ਹੈ, ਜਿਵੇਂ ਕੈਨੇਡਾ, USA, UK, ਯੂਰਪ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਇੰਡੀਆ। ਇਹ ਐਪ ਤੁਸੀਂ ਘਰ ਦੇ ਸਾਰੇ ਸਮਾਰਟ ਟੀਵੀਜ਼ ਤੇ ਡਾਊਨਲੋਡ ਕਰ ਸਕਦੇ ਹੋ ਬਿਲਕੁਲ ਫ੍ਰੀ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਜੀਤ ਸਿੰਘ ਬਾਟ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਤੇ ਇੰਗਲੈਂਡ, ਯੂਨਾਈਟਿਡ ਕਿੰਗਡਮ ਦੇ ਦੌਰੇ ਦੇ ਇਸ ਅਗਲੇ ਦਿਨ ਅੱਜ ਅਸੀਂ ਬਰਮਿੰਗਮ ਦੇ ਸੋਹੋ ਰੋਡ ਦੇ ਮੁੱਖ ਗੁਰੂ ਘਰ ਦੇ ਸਾਹਮਣੇ ਖੜੇ ਹਾਂ। ਪਿੱਛੇ ਜਿਹੜੀ ਸ਼ਾਨਦਾਰ ਇਮਾਰਤ ਉਹ ਸੋਹੋ ਰੋਡ ਦੇ ਵੱਡੇ ਜਾਣੀ ਕਿ ਮੁੱਖ ਗੁਰੂ ਘਰ ਦੀ ਹੈ। ਬਹੁਤ ਸਾਰੀ ਸੰਗਤ, ਅੱਜ ਵੀਕਡੇ ਆ, ਕੰਮ ਵਾਲਾ ਦਿਨ ਹੈ, ਇਹਦੇ ਬਾਵਜੂਦ ਵੀ ਆ ਜਾ ਰਹੀ ਹੈ। ਕਈ ਦਿਨਾਂ ਦੇ ਬਾਅਦ ਅੱਜ ਹਲਕੀ ਕੋਸੀ ਧੁੱਪ ਲੱਗੀ ਹੈ। ਸੋ ਅੱਜ ਇੰਗਲੈਂਡ ਪਹਿਲੀ ਵਾਰੀ ਸੂਰਜ ਦੇ ਜਾਣੀ ਰੌਸ਼ਨੀ ਦੇ ਨਾਲ ਜਿਹੜਾ ਵੇਖਣ ਦਾ ਮੌਕਾ ਮਿਲ ਰਿਹਾ। ਤੇ ਸੋਹੋ ਰੋਡ ਉਹ ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਸੀ ਕਿ ਇੱਕ ਬਰੋਡਵੇ ਸੀ, ਬਰੋਡਵੇ ਸਾਊਥ ਹਾਲ ਦਾ, ਜਿੱਥੇ ਪੰਜਾਬੀਆਂ ਦਾ ਗੜ੍ਹ ਸੀ। ਆਪਾਂ ਬਹੁਤ ਸਾਰੇ ਪੰਜਾਬੀ ਉੱਥੇ ਲੰਘਦੇ ਵੜਦੇ ਦੇਖੇ। ਇਸੇ ਤਰੀਕੇ ਇਹ ਸੋਹੋ ਰੋਡ ਹੈ। ਇਹ ਬਰਮਿੰਗਮ ਜਿਹੜਾ ਕਿ ਇੰਗਲੈਂਡ ਦਾ ਇੱਕ ਹੋਰ ਵੱਡਾ ਸ਼ਹਿਰ ਲੰਡਨ ਤੋਂ ਬਾਅਦ, ਤੇ ਇਸ ਸੋਹੋ ਰੋਡ ਦੇ ਆਲੇ ਦੁਆਲੇ ਕੋਈ ਸਮਾਂ ਹੁੰਦਾ ਸੀ ਜਦੋਂ ਬਹੁਤਾ ਬਾਜ਼ਾਰ, ਉਹਦੀਆਂ ਦੁਕਾਨਾਂ, ਸਟੋਰ ਜਿਹੜੀਆਂ ਉਹ ਪੰਜਾਬੀ ਭਾਈਚਾਰੇ ਦੇ ਕੋਲ ਹੁੰਦੀਆਂ ਸੀ। ਹੁਣ ਮਿਕਸ ਕਮਿਊਨਿਟੀ ਹੈ। ਹੁਣ ਬਾਕੀ ਭਾਈਚਾਰਿਆਂ ਦੇ ਲੋਕਾਂ ਨੇ ਵੀ ਇੱਥੇ ਆਪਣਾ ਵਪਾਰ, ਬਿਜ਼ਨਸ, ਕਾਰੋਬਾਰ ਜਿਹੜਾ ਉਹ ਸ਼ੁਰੂ ਕਰ ਲਿਆ, ਪਰ ਅਜੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਦਾ ਜਿਹੜਾ ਕਾਰੋਬਾਰ ਹੈ ਉਹ ਪੰਜਾਬੀ ਭਾਈਚਾਰਾ ਕਰਦਾ। ਇਸ ਵੇਲੇ ਦੁਪਹਿਰ ਦਾ 1:30 ਵਜੇ ਤੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਕਾਫੀ ਜ਼ਿਆਦਾ ਜਿਹੜਾ ਉਹ ਰੌਣਕ ਮੇਲਾ ਇੱਥੇ ਪੰਜਾਬੀਆਂ ਦਾ ਹੋ ਜਾਂਦਾ, ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵੀ ਇੱਥੇ ਜਿਹੜੀ ਹੈ ਉਹ ਵਾਹਵਾ ਕਾਫੀ ਹੈ। ਤੇ ਉਹ ਵੀ ਸ਼ਾਮ ਨੂੰ ਕੰਮਾਂ ਕਾਰਾਂ ਤੋਂ, ਸਟੱਡੀ ਤੋਂ ਵਿਹਲੇ ਹੋ ਕੇ ਇੱਥੇ ਆਉਂਦੇ ਆ ਖਾਣ ਪੀਣ, ਸਮਾਨ ਲੈਣ। ਤੇ ਜਿਹੜੇ ਪੁਰਾਣੇ ਪੰਜਾਬੀ ਬਰਮਿੰਗਮ ਦੇ ਵਿੱਚ, ਇੰਗਲੈਂਡ ਦੇ ਵਿੱਚ ਆਏ ਹੋਏ ਨੇ 40, 50, 60 ਸਾਲ ਪਹਿਲਾਂ ਦੇ, ਉਹ ਵੀ ਜਿਹੜੇ ਉਹ ਇੱਥੇ ਆ ਜਾਂਦੇ ਆ। ਤੇ ਇੱਧਰਲੇ ਪਾਸੇ ਆ ਸਬਜ਼ੀਆਂ ਦੀ, ਫਲ ਫਰੂਟ ਦੀ ਜਿਹੜੀ ਉਹ ਮਾਰਕੀਟ ਵੀ ਲੱਗੀ ਹੋਈ ਆ। ਤੇ ਜੇ ਤੁਸੀਂ ਇੱਧਰਲੇ ਪਾਸੇ ਨੂੰ ਦੇਖੋ, ਤੁਹਾਨੂੰ ਬਹੁਤੇ ਮਕਾਨ ਜਿਹੜੇ ਆ ਪੁਰਾਣੇ ਨਜ਼ਰ ਆਉਣਗੇ। ਇੱਕ ਵੱਖਰੀ ਕਿਸਮ ਦਾ ਜਿਹੜਾ ਉਹ ਆਨੰਦ ਹੈ, ਬਿਲਕੁਲ ਪੁਰਾਣੀ ਕਿਸਮ ਦੇ ਨੇ। ਜਾਣੀ ਕਿ ਇੱਥੇ ਦੇ ਲੋਕਾਂ ਨੂੰ 15 ਸਾਲੀ ਖੁਰਕ ਨਹੀਂ ਹੁੰਦੀ ਕਿ ਭਾਈ ਆਪਾਂ ਢਾਹ ਕੇ ਤਾਂ ਹੁਣ ਇਹਨੂੰ ਨਵਾਂ ਬਣਾ ਲਈਏ। ਮੈਂ ਫੇਰ ਕਹਿੰਦਾ ਕਿ ਬਲੈਤ ਦੇ ਬਹੁਤੇ ਲੋਕਾਂ ਨੂੰ, ਖਾਸ ਤੌਰ 'ਤੇ ਗੋਰਿਆਂ ਨੂੰ, ਉਸ ਗੱਲ ਦੀ ਖੁਰਕ ਬਹੁਤ ਘੱਟ ਹੁੰਦੀ ਹੈ ਕਿ ਭਾਈ ਸਾਡਾ ਮਕਾਨ ਪੁਰਾਣੇ ਤਰ੍ਹਾਂ ਦਾ ਨਜ਼ਰ ਆਉਂਦਾ ਤੇ ਅਸੀਂ ਇਹਨੂੰ ਹੁਣ ਨਵੇਂ ਤਰ੍ਹਾਂ ਦਾ ਢਾਹ ਕੇ ਬਣਾਈਏ। ਉਹ ਪੁਰਾਣੀ ਚੀਜ਼, ਪੁਰਾਤਨਤਾ ਦੇ ਵਿੱਚ, ਬੇਸਿਕ ਜੀ ਚੀਜ਼ ਦੇ ਵਿੱਚ ਰਹਿ ਕੇ ਐਂ ਲੱਗਣ ਲੱਗ ਪਿਆ ਸਾਨੂੰ ਕਿ ਥੋੜ੍ਹਾ ਜਿਹਾ ਖੁਸ਼ ਰਹਿੰਦੇ ਆ। ਜੇ ਤੁਸੀਂ ਇੱਧਰਲੇ ਪਾਸੇ ਨੂੰ ਵੀ ਦੇਖੋਗੇ ਤਾਂ ਇੱਕੋ ਤਰ੍ਹਾਂ ਦੀ ਬਹੁਤੀ ਬਿਲਡਿੰਗ ਹੈ, ਇੱਕੋ ਤਰ੍ਹਾਂ ਦੀਆਂ।
ਉਹ ਇੱਕੋ ਤਰ੍ਹਾਂ ਦੇ ਬਹੁਤ ਕੋਈ ਰੰਗ ਰੂਪ ਨਹੀਂ ਕੀਤੇ ਹੋਏ। ਦੁਕਾਨਾਂ ਦੇ ਸਾਹਮਣੇ ਵੀ ਬੋਰਡ ਤੁਹਾਨੂੰ ਬਹੁਤ ਜ਼ਿਆਦਾ ਜਿਹੜੇ ਹੈ ਉਹ ਵੱਡੇ ਨਹੀਂ ਮਿਲਣਗੇ। ਪਰ ਬੱਸ ਸੇਵਾ ਬਰਮਿੰਘਮ ਦੀ ਕਮਾਲ ਦੀ ਹੈ। 74 ਨੰਬਰ ਬੱਸ ਚਲੇ ਗਈ ਹੈ। ਹੋ ਸਕਦਾ ਇਸ ਬੱਸ ਦੇ ਵਿੱਚ ਸਾਡੇ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਨੇ, ਪੁਰਾਣੇ ਪੰਜਾਬੀਆਂ ਨੇ ਸਫ਼ਰ ਜਿਹੜਾ ਕੀਤਾ ਹੋਵੇ। ਇਹ ਉਹ ਬੱਸਾਂ ਨੇ ਜਿਨ੍ਹਾਂ ਦੇ ਵਿੱਚ ਤੜਕੇ ਬਹਿ ਕੇ ਪੰਜਾਬੀ ਜਿਹੜੇ ਆ ਕੰਮਾਂ ਕਾਰਾਂ ਦੇ ਉੱਤੇ ਜਾਂਦੇ ਆ, ਫਿਰ ਸ਼ਾਮ ਨੂੰ ਵਾਪਸ ਆਉਂਦੇ ਆ। ਬਹੁਤ ਵੱਡਾ ਸਹਾਰਾ ਇੰਗਲੈਂਡ ਵਰਗੇ ਮੁਲਕ ਦੇ ਵਿੱਚ, ਕਿਉਂਕਿ ਥੋੜ੍ਹੀ ਭੀੜ ਹੈ, ਸੜਕਾਂ ਥੋੜ੍ਹੀਆਂ ਘੱਟ ਚੌੜੀਆਂ, ਘਰ ਥੋੜ੍ਹੇ ਜਿਹੇ ਛੋਟੇ ਨੇ, ਦਿਲ ਵੱਡੇ ਨੇ। ਉਹਨਾਂ ਘਰਾਂ ਦੇ ਮੂਹਰੇ ਕਾਰਾਂ ਖੜੀਆਂ ਕਰਨੀਆਂ ਥੋੜ੍ਹੀਆਂ ਔਖੀਆਂ। ਇਸ ਕਰਕੇ ਬੱਸ ਸੇਵਾ ਜਿਹੜੀ ਪਬਲਿਕ ਟਰਾਂਸਪੋਰਟ ਹੈ ਉਹ ਬਹੁਤ ਵੱਡਾ ਰੋਲ ਜਿਹੜਾ ਉਹ ਪਲੇ ਕਰਦੀ ਹੈ। ਹੁਣ ਆਹ ਵੀ ਬਿਲਡਿੰਗ ਜੇ ਆਪਾਂ ਦੇਖੀਏ ਤਾਂ ਮੈਨੂੰ ਲੱਗਦਾ ਕਿ 60-70 ਸਾਲ ਤੱਕ ਘੱਟੋ ਘੱਟ ਵੱਧ ਹੀ ਹੋ ਸਕਦਾ ਕਿ ਇਹ ਪੁਰਾਣੀ ਇੰਨੀ ਕੁ ਬਿਲਡਿੰਗ ਹੋਊਗੀ। ਜੇ ਇਹਦੀਆਂ ਆਪਾਂ ਤਾਕੀਆਂ, ਦਰਵਾਜ਼ੇ, ਇਹਨੂੰ ਲੱਗੇ ਹੋਏ ਸ਼ੀਸ਼ਿਆਂ ਦਾ ਜੇ ਆਪਾਂ ਹਿਸਾਬ ਕਿਤਾਬ ਲਾਈਏ ਤਾਂ ਸੋਹੋ ਰੋਡ ਦੇ ਉੱਤੇ ਇਹ ਜਿਹੜੀ ਬਿਲਡਿੰਗ ਹੈ। ਪਰ ਕਮਾਲ ਦੀ ਗੱਲ ਹੈ, ਤੁਸੀਂ ਆ ਦੇਖੋ ਫੁੱਲ ਬੂਟੇ ਜਿਹੜੇ ਲੱਗੇ ਹੋਏ ਨੇ। ਇਹ ਕੁਦਰਤੀ ਸੁਹੱਪਣ ਜਿਹੜਾ ਉਹ ਸਹੇਜ ਕੇ ਰੱਖਿਆ ਕਿ ਆ ਜਿੱਥੋਂ ਆਪਾਂ ਪੈਦਲ ਜਾਣਾ ਉਹਦੇ ਵਿੱਚ ਇਹ ਵੱਡਾ ਗਮਲਾ ਰੱਖ ਕੇ ਉਹਨਾਂ ਨੇ ਫੁੱਲ ਬੂਟਿਆਂ ਦਾ ਕੰਮ ਕਰ ਜਿਹੜਾ ਉਹ ਬਿਲਕੁਲ ਨੇਪਰੇ ਚਾੜਿਆ ਹੋਇਆ। ਆਪਾਂ ਬੱਸ ਅੱਡਾ ਵੀ ਦੇਖ ਲੈਂਦੇ ਅੱਗੇ ਜਾ ਕੇ, ਥੋੜ੍ਹਾ ਜਿਹਾ ਤੇਜ਼ ਤੁਰਦੇ ਹਾਂ ਜੀ। ਸੋਹੋ ਰੋਡ ਦੇ ਨਾਂ ਦੇ ਉੱਤੇ ਗਾਣੇ ਵੀ ਬਹੁਤ ਸਾਰੇ ਬਣੇ ਸੀ, ਮੈਨੂੰ ਤਾਂ ਘੱਟ ਚੇਤਾ। ਜੇ ਤੁਹਾਨੂੰ ਕਿਸੇ ਨੂੰ ਚੇਤਾ ਤਾਂ ਸੋਹੋ ਰੋਡ ਇੰਗਲੈਂਡ ਦਾ ਪੰਜਾਬੀ ਗਾਣਿਆਂ ਦੇ ਵਿੱਚ ਵੀ ਵਾਹਵਾ ਸਾਰਾ ਜਿਹੜਾ ਉਹ ਜ਼ਿਕਰ ਹੋਇਆ ਸੀ, ਤੁਸੀਂ ਉਹ ਵੀ ਦੱਸਿਓ। ਇੱਕ ਗੱਲ ਤੋਂ ਮੈਂ ਥੋੜ੍ਹਾ ਜਿਹਾ ਹੈਰਾਨ ਆ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਵੀ ਆ ਬੱਸ ਅੱਡੇ ਦੇਖੇ ਸੀ, ਬੱਸ ਸਟਾਪ, ਉੱਥੇ ਆਮ ਤੌਰ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਹਾਂਜੀ। ਚਲੋ ਬਹੁਤ ਸੋਹਣਾ ਜੀ। ਤੁਰ ਕੇ ਆਈ ਹਾਂ। ਕਿੰਨਾ ਸਮਾਂ ਲੱਗਾ ਜੀ ਤੁਰ ਕੇ ਆਉਣ ਨੂੰ? 40 ਮਿੰਟ। ਕੀ ਬਾਤਾਂ, ਕੀ ਬਾਤਾਂ। 45 ਮਿੰਟ ਲੱਗ ਗਏ। 45 ਮਿੰਟ ਲੱਗ ਗਏ? ਹਾਂਜੀ। ਅੱਛਾ, ਕੋਈ ਉਹ ਬੱਸ ਐਕਚੁਅਲੀ ਘੁੰਮ ਕੇ ਆਉਣੀ ਸੀ, ਮੈਂ ਕਿਹਾ ਮੈਂ ਤੁਰ ਕੇ ਚੱਲ ਜਾਂਦੀ। ਨਹੀਂ ਠੀਕ ਹੈ, ਨਹੀਂ ਬਹੁਤ ਚੰਗਾ ਲੱਗਾ ਜੀ, ਹਾਂਜੀ, ਬਹੁਤ ਹਾਂਜੀ, ਸ਼ੁਕਰੀਆ ਜੀ, ਸਤਿ ਸ਼੍ਰੀ ਮਿਹਰਬਾਨੀ ਜੀ। ਤੇ ਅਮਨ ਖਟਕੜ ਸਾਹਿਬ ਕੈਮਰੇ ਤੇ ਨੇ ਇਸ ਵੇਲੇ। ਮੈਂ ਅਕਸਰ ਤੁਹਾਡਾ ਪ੍ਰੋਗਰਾਮ ਸੁਣਦੀ ਹੁੰਦੀ ਆ। ਸ਼ੁਕਰੀਆ ਜੀ, ਸ਼ੁਕਰੀਆ। ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਇੰਗਲੈਂਡ ਆਇਆ ਨੂੰ? 13 ਸਾਲ ਹੋ ਗਏ ਜੀ। ਕੀ ਹੀ ਬਾਤਾਂ, 13 ਸਾਲ ਹੋ ਗਿਆ। ਪਿੱਛੋਂ ਪਿਛੋਕੜ ਕਿੱਥੇ ਦਾ ਪੰਜਾਬ ਦਾ? ਆਪਣਾ ਜਿਹੜਾ ਸੰਧਾ ਵਾਲੀ ਭਾਜੀ ਉਹਦੇ ਲਾਗੇ ਪਿੰਡ ਸਾਡਾ ਮੁੱਛਲ। ਕੀ ਹੀ ਬਾਤਾਂ ਜੀ। ਸੋ ਸੰਧਾ ਵਾਲੀਆ ਭਾਜੀ ਦੇ ਪੱਕਾ ਜੀ। ਸਤਿ ਸ਼੍ਰੀ ਅਕਾਲ, ਤੁਹਾਡੀ ਇੱਥੇ ਪਹੁੰਚ ਗਏ ਜੀ ਹੁਣ? ਹਾਂਜੀ ਹਾਂਜੀ ਠੀਕ ਹੈ ਜੀ। ਨਹੀਂ 45 ਮਿੰਟ ਤੁਰਨਾ ਔਖਾ ਤਾਂ ਨਹੀਂ ਲੱਗਾ? ਨਹੀਂ ਜੀ, ਠੀਕ ਹੈ ਜੀ। ਨਹੀਂ ਜੀ, ਤੁਰਨਾ ਕੰਮ ਕਰੀਦਾ ਆ, ਕੰਮ ਕਰਦੇ ਹੋ? ਹਾਂਜੀ ਹਾਂਜੀ। ਲਓ ਜੀ, 45 ਮਿੰਟ ਜਿਹੜੀਆਂ ਪੰਜਾਬ ਦੀਆਂ ਬੀਬੀਆਂ 45 ਮਿੰਟ ਸੈਰ ਕਰਦੀਆਂ, ਮੈਨੂੰ ਹੁਣ ਉਹ ਮਾੜਾ ਜਿਹਾ ਦੱਸਿਓ ਜ਼ਰੂਰ, ਕਿਉਂਕਿ ਨਹੀਂ ਤਾਂ ਫਿਰ ਮੁੜ ਕੇ ਆਪਾਂ ਨੂੰ ਕਈ ਤਰ੍ਹਾਂ ਦੀਆਂ ਅਲਾਮਤਾਂ ਜਿਹੜੀਆਂ ਲੱਗ ਜਾਂਦੀਆਂ। ਹੁਣ ਗੋਡੇ ਦੁਖਣ ਲੱਗ ਪਏ ਆ, ਐਨ ਫਿੱਟ ਫਾਟ ਹੋ? ਹਾਂਜੀ, ਵਧੀਆ ਫਿੱਟ ਫਾਟ, ਠੀਕ ਹੈ। ਕੋਈ ਪ੍ਰੋਬਲਮ ਨਹੀਂ। ਕੰਮ ਕਿੰਨੇ ਘੰਟੇ ਕਰਦੇ ਹੋ? ਕੰਮ ਮੈਂ ਹਾਲ ਦੀ ਘੜੀ ਤੋਂ ਛੱਡਿਆ ਆ। ਠੀਕ ਹੈ ਜੀ। ਉਦਾਂ ਜਦੋਂ ਕਰਦੇ ਸੀ? ਹਾਂਜੀ, ਉਦੋਂ 12 ਘੰਟੇ ਕਰ ਲਈਦਾ 12 ਸੀ। ਘੰਟੇ ਵੀ ਕਰ ਲਈਦਾ ਸੀ, ਠੀਕ ਹੈ ਤੇ ਜੀ। ਹੁਣ ਹਸਬੰਡ 2 ਵੈਨਾਂ ਪਾਈਆਂ ਆ, ਡੈਪੋ ਤੇ ਗੱਡੀਆਂ ਲੱਗੀਆਂ, ਇੱਕ ਡਰਾਈਵਰ ਰੱਖਿਆ। ਹੁਣ ਜਾਨੀ ਥੋੜੇ ਸੂਤ ਆ? ਹਾਂਜੀ, ਸੂਤ ਆ। ਤੇ ਵੈਸੇ ਬੱਚੇ ਦੇ ਫਿਰ ਸਕੂਲ ਲੈਣਾ ਹੁੰਦਾ ਆ, ਛੱਡਣਾ ਹੁੰਦਾ। 3 ਵਜੇ ਇਹਨੂੰ ਚੱਕਣਾ ਤੇ 8:30 9 ਵਜੇ ਛੱਡਣਾ। ਠੀਕ ਹੈ। ਇਹ 13-14 ਸਾਲ ਪਹਿਲਾਂ ਜਦੋਂ ਇੰਗਲੈਂਡ ਆਏ ਸੀ, ਉਦੋਂ ਤਾਂ ਹੁਣ ਦੇ ਇੰਗਲੈਂਡ 'ਚ ਕੋਈ ਫਰਕ ਜੀ? ਹੁਣ ਮਹਿੰਗਾਈ ਬਹੁਤ ਹੋ ਗਈ। ਮਹਿੰਗਾਈ ਹੋ ਗਈ ਆ? ਹਾਂਜੀ, ਬਹੁਤ ਹੋ ਗਈ ਮਹਿੰਗਾਈ। ਤੁਸੀਂ ਗਰੋਸਰੀ ਆਪ ਲੈਣ ਜਾਂਦੇ ਆ? ਹਾਂਜੀ ਜੀ। ਕਿਹੜੀ ਚੀਜ਼ ਮਹਿੰਗੀ ਹੋਈ? ਆਟਾ, ਦਹੀਂ, ਦੁੱਧ, ਕੋਈ ਇੱਕ ਦੀ ਚੀਜ਼ ਦੱਸੋ ਜਿਹੜੇ ਤੰਗ ਕਰਦੀ ਆ? ਸਾਰੀਆਂ ਚੀਜ਼ਾਂ ਮਹਿੰਗੀਆਂ ਭਾਜੀ, ਸਾਰੀਆਂ ਚੀਜ਼ਾਂ ਮਹਿੰਗੀਆਂ? ਸਾਰੀਆਂ ਮਹਿੰਗੀਆਂ A to Z। ਦੁੱਧ ਦਾ ਭਾਅ ਵਧਿਆ? ਬਹੁਤ ਹੀ ਜ਼ਿਆਦਾ। ਜਨਵਰੀ ਆਹ ਸਾਲ ਤੋਂ ਲੈ ਕੇ ਮਾਰਚ ਤੋਂ ਲੈ ਕੇ ਹੁਣ ਤੱਕ 2 ਗੁਣਾ ਵੱਧ ਗਿਆ। ਜੇ ਹਾਂਜੀ, ਦੁੱਗਣਾ ਹੋ ਗਿਆ। ਜੇ ਪਹਿਲਾਂ ਆਉਂਦੀ ਸੀ 140 ਦੀ, ਠੀਕ ਹੈ ਜੀ, ਕਿੰਨੀ, ਹੁਣ ਹੋ ਗਈ ਆ 160 ਦੀ ਹੋ ਗਈ ਆ ਹੁਣ। ਫਿਰ ਦੁੱਧ 260 ਦੀ। ਠੀਕ ਹੈ, ਇਧਰ ਨੂੰ ਆ ਜਾਓ ਮਾੜਾ ਜਿਹਾ। ਦੁੱਧ ਹੁਣ ਲਿਆਉਣਾ ਘਟਾਤਾ ਕਿ ਨਹੀਂ? ਉਹਨੇ ਲਿਆਈਦਾ, ਕੀ ਲਿਆਉਣਾ ਕਰੀਏ, ਪੈਂਦਾ ਆ? ਉਹ ਬੱਚਿਆਂ ਦਾ ਕਰਕੇ ਲਿਆਉਣਾ ਪੈਂਦਾ। ਠੀਕ ਹੈ ਜੀ। ਹਾਂਜੀ। ਤੇ ਸਬਜੀ ਫਰੂਟ ਵੀ ਮਹਿੰਗਾ ਹੋਇਆ? ਸਾਰਾ ਕੁਝ ਮਹਿੰਗਾ ਆ ਜੀ, ਕੋਈ ਚੀਜ਼ ਸਸਤੀ ਨਹੀਂ ਹੋਈ? ਨਹੀਂ ਜੀ, ਨਹੀਂ, ਕੋਈ ਚੀਜ਼ ਨਹੀਂ ਸਸਤੀ। ਨਹੀਂ ਤਾਂ ਫਿਰ ਤਾਂ ਘਰ ਦਾ ਬਜਟ ਰਸੋਈ ਦਾ ਉਹ ਵਿਗੜ ਹੀ ਗਿਆ ਹੁਣ। ਵਿਗੜਿਆ ਪੂਰਾ, ਤੇ ਹੁਣ ਮੈਨੇਜ ਕਰੀਦਾ ਆ ਔਖੇ ਸੌਖੇ। ਹਾਂਜੀ ਹਾਂਜੀ। ਅੱਛਾ, ਤੇ ਇਹਦਾ ਮਤਲਬ ਹੈ ਕਿ ਜਿਹੜੇ ਬੱਚੇ ਹੁਣ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ, ਉਹਨਾਂ ਲਈ ਤਾਂ ਫਿਰ ਬਹੁਤਾ ਔਖਾ, ਉਹਨਾਂ ਨੇ ਫੀਸਾਂ ਵੀ ਕੱਢਣੀਆਂ, ਕਿਰਾਏ ਭਾੜੇ ਵੀ ਦੇਣੇ। ਬਹੁਤ ਹਾਰਡ ਆ ਜੀ ਉਹਨਾਂ ਲਈ। ਜੇ ਕੋਈ ਇੰਡੀਆ ਤੋਂ ਫੋਨ ਵੀ ਆ ਜਾਂਦਾ ਨਾ, ਉਹਨਾਂ ਨੂੰ ਕਹੀਦਾ ਆ ਵੀ ਤੁਸੀਂ ਥੋੜਾ ਸੋਚ ਵਿਚਾਰ ਕੇ ਏਜੰਟ ਨੂੰ ਪਹਿਲਾਂ ਪੁੱਛੋ ਕਿੰਨੀ ਫੀਸ ਆ, ਕਿਹੜੇ ਹਿਸਾਬ ਨਾਲ। ਉਹ ਅੰਡਰਸਟੈਂਡ ਨਹੀਂ ਕਰਦੇ। ਜਦੋਂ ਇੱਥੇ ਆਉਂਦੇ ਆ ਉਦੋਂ 20 ਘੰਟੇ ਇਜਾਜ਼ਤ ਆ, ਜਿੰਨੂੰ ਕਿਸੇ ਨੂੰ ਕੈਸ਼ ਮਿਲ ਗਿਆ ਠੀਕ ਹੈ, ਨਹੀਂ ਤਾਂ ਉਦਾਂ ਹੀ। ਨਹੀਂ ਤਾਂ ਔਖਾ ਹੋ ਜਾਂਦਾ। ਇਹ ਜੇ ਗੁਰਦੁਆਰੇ ਚੱਲ ਜਾ ਕੇ ਆਪਣਾ ਵਧੀਆ ਟਾਈਮ ਸਰ ਜਾਂਦਾ ਜੀ। ਸਰ ਜਾਂਦਾ। ਠੀਕ ਹੈ। ਅੱਛਾ, ਮੈਨੂੰ ਇੱਕ ਚੀਜ਼ ਹੋਰ ਦੱਸਿਓ ਕਿ ਸ਼ੁਰੂ 'ਚ ਆ ਕੇ ਕਿਰਾਏ ਤੇ ਵੀ ਰਿਹਾ ਸੀ? ਹਾਂਜੀ ਜੀ, ਕਿਰਾਏ ਤੇ ਰਹੇ ਸੀ। ਉਦੋਂ ਕਿਰਾਇਆ ਕਿੰਨਾ ਕੁ ਸੀ? ਪਹਿਲਾਂ ਜੀ ਇੱਥੇ ਕਿਰਾਇਆ ਹੈਗਾ ਸੀ 600 650 ਘਰ ਦਾ। ਹਾਂਜੀ, ਹੁਣ 1000 ਨੂੰ ਪਹੁੰਚਿਆ। ਲਓ ਜੀ, ਤਕਰੀਬਨ ਦੁੱਗਣਾ ਹੀ ਹੋ ਗਿਆ ਕਿਰਾਇਆ ਭਾੜਾ ਵੀ। ਤੇ ਥੋੜਾ ਜਿਹਾ ਹਿਸਾਬ ਕਿਤਾਬ ਨਾ, ਤੇ
ਆ ਜਿਹੜੀਆਂ ਬੱਗੀਆਂ ਜੀਆਂ ਜਾਂਦੀਆਂ ਇਹਦੇ ਵਿੱਚ ਵੀ ਕਦੇ ਸੈਰ ਸੂਰ ਕਰਨ ਦਾ ਮੌਕਾ ਮਿਲਦਾ? ਜਾਣੀ ਬੱਗੀਆਂ ਇੱਥੇ ਲੱਗੀਆਂ ਕਿ ਕਿਸੇ ਹੋਰ ਕੰਮ ਦੀਆਂ ਹੁੰਦੀਆਂ ਇਹ ਜਾਂ ਐਕਚੁਅਲੀ ਉਹਨਾਂ ਵਾਸਤੇ ਹੁੰਦੀਆਂ ਜਿਹਨਾਂ ਨੇ ਡੈੱਡ ਬੋਡੀ ਲੈ ਕੇ ਜਾਂਦੇ। ਡੈਡ ਬੋਡੀ ਵਾਲੀਆਂ ਬੱਗੀਆਂ ਨੇ, ਠੀਕ ਹੈ ਜੀ, ਅੱਛਾ ਜਾ ਰਹੇ ਨੇ। ਮੈਂ ਕਦੀ ਇਦਾਂ ਕੈਮਰੇ ਤੇ ਖੜੀ ਨਹੀਂ, ਮੈਨੂੰ ਸੰਗ ਆਈ ਜਾਂਦੀ ਆ। ਨਹੀਂ ਤੁਸੀਂ ਤਾਂ ਬੜਾ ਵਧੀਆ ਬੋਲਦੇ ਹੋ ਸੰਗ ਵਾਲੀ ਦਾ। ਮੈਂ ਕਿਉਂਕਿ ਮੈਂ ਕੋ ਭਾਵੇਂ ਅੱਧਾ ਘੰਟਾ ਹੋਵੇ, ਮੈਂ ਰਾਤ ਨੂੰ ਸਵੇਰੇ ਜਦੋਂ ਟਾਈਮ ਲੱਗੇ ਤੁਹਾਡਾ ਪ੍ਰੋਗਰਾਮ ਸੁਣਨਾ ਹਾਂਜੀ, ਦੋਨੋਂ ਪ੍ਰੋਗਰਾਮ ਸੁਣਦੇ ਜਿਹੜੇ ਤੁਸੀਂ ਇਕੱਲੇ ਵੀ ਕਰਦੇ ਆ, ਭਾਜੀ ਨਾਲ ਵੀ ਕਰਦੇ ਆ। ਕੋਈ ਕਮੀ ਪੇਸ਼ੀ ਉਹ ਚ ਸੁਧਾਰ ਦੀ ਗੁੰਜਾਇਸ਼ ਕੋਈ ਦੱਸੋ? ਬਸ ਨਹੀਂ ਜੀ, ਤੁਸੀਂ ਜਿਹੜਾ ਤਸੱਲੀ ਜੀ ਹੋ ਜਾਂਦੀ ਵੀ ਝੂਠ ਨਹੀਂ ਕਰਨੀ, ਤਾਂ ਫੇਕ ਖਬਰਾਂ ਬਹੁਤ ਆਉਂਦੀਆਂ ਆ ਇੰਡੀਆ ਤੋਂ। ਤਾਂ ਮੈਂ ਐਕਚੁਅਲੀ ਤੁਹਾਡੇ ਜਿਹੜਾ ਚੈਨਲ ਆ ਉਹਦੀਆਂ ਖਬਰਾਂ ਜ਼ਿਆਦੀਆਂ ਸੁਣਦੀ ਆ। ਠੀਕ ਹੈ, ਬਹੁਤ ਦੂਜੇ ਚੈਨਲ ਮੈਂ ਘੱਟ ਸੁਣਦੀ ਆ ਕਿਉਂਕਿ ਤੁਸੀਂ ਥੋੜੀ ਤਸੱਲੀ ਆਉਂਦੀ ਮਨ ਨੂੰ ਵੀ ਸਹੀ ਖਬਰ ਆ। ਚਲੋ ਠੀਕ ਹੈ ਜੀ, ਬਹੁਤ ਮਿਹਰਬਾਨੀ। ਇਹ ਸੋਹੋ ਰੋਡ ਦੇ ਉੱਤੋਂ ਵੀ ਸਮਾਨ ਸਮੂਹ ਲੈਣ ਆਉਣਾ ਪੈਂਦਾ ਤੁਹਾਨੂੰ? ਨਹੀਂ, ਸਾਨੂੰ ਉਧਰੋਂ ਸਮੈਥਿਕ ਰਹੀਦਾ, ਉੱਥੇ ਲਾਗੇ ਹਾਈ ਸਟਰੀਟ ਤੋਂ ਲੈ ਲਈਦਾ। ਪਹਿਲੋਂ ਅਸੀਂ ਇੱਥੇ ਰਹਿੰਦੇ ਸੀ, ਸੋਹੋ ਰੋਡ ਵਾਦੇ ਦੀ ਬੈਕ ਸਾਈਡ ਤੇ ਰਹਿੰਦੇ ਸੀ। ਠੀਕ ਹੈ ਜੀ। ਤੇ ਹੁਣ ਫਿਰ ਅਸੀਂ ਉਧਰ ਮੂਵ ਹੋ ਗਏ। ਚਲੋ ਠੀਕ ਹੈ ਜੀ, ਬਹੁਤ ਮਿਹਰਬਾਨੀ ਭਾਜੀ। ਕੀ ਹਾਲ ਨੇ? ਠੀਕ ਠਾਕ ਹੋ? ਹੋਰ ਸੁਣਾਓ? ਬਸ ਵਧੀਆ ਜੀ। ਵਧੀਆ ਜੀ। ਕੀ ਸ਼ੁਭ ਨਾਮ ਤੁਹਾਡਾ? ਮਨੀਸ਼ ਸ਼ਰਮਾ। ਮਨੀਸ਼ ਸ਼ਰਮਾ ਜੀ, ਕਦੋਂ ਦੇ ਆਏ ਹੋ ਇੰਗਲੈਂਡ? ਪਿਛਲੇ ਸਾਲ ਅਕਤੂਬਰ ਦੇ। ਜਾਣੀ ਆ ਥੋੜੇ ਮਹੀਨੇ ਹੋਏ ਆ ਜੀ? 2.5 ਮਹੀਨੇ 3 ਮਹੀਨੇ? ਕਿੱਥੋਂ ਪੰਜਾਬ ਤੋਂ? ਜਲੰਧਰ ਸ਼ਹਿਰ ਤੋਂ? ਹਾਂ। ਅੱਛਾ, ਕਿਆ ਬਾਤ। ਮੇਰਾ ਵੀ ਜਲੰਧਰ ਜ਼ਿਲ੍ਹਾ ਆ, ਸ਼ਹਿਰ ਤਾਂ ਨਹੀਂ, ਮੈਂ ਪਿੰਡ ਦਾ ਰਹਿਣ ਵਾਲਾ ਉੱਦਾਂ। ਮੇਰਾ ਦਸ਼ਮੇਸ਼ ਐਵਨਿਊ ਵੈਸੇ ਘਰ ਹੈ ਆਪਣਾ ਬਣ ਰਿਹਾ। ਠੀਕ ਹੈ ਜੀ। ਹੋਪਸੋ ਗਰਮੀਆਂ ਤੱਕ ਤਿਆਰ ਹੋ ਜਾਊਗਾ, ਤੇ ਵੈਸੇ ਮੈਂ ਗੜੇ ਰਹਿ ਰਿਹਾ। ਗੜੇ ਰਹਿ ਰਹੇ ਹੋ ਹਾਲ ਦੀ ਘੜੀ, ਠੀਕ ਹੈ ਜੀ। ਅੱਛਾ, ਤੇ ਇੱਥੇ ਫਿਰ ਕਿਵੇਂ ਦਾ ਮਾਹੌਲ ਜੋ ਸੋਚ ਕੇ ਆਏ ਸੀ ਉਦਾਂ ਦਾ ਕਿ ਵੱਖਰਾ? ਦੇਖੋ ਜੀ, ਜਦੋਂ ਮੈਂ ਤੇ ਸਹੀ ਗੱਲ ਕਹਾਂਗਾ ਕਿ ਜਦੋਂ ਸਾਡੇ ਪੰਜਾਬ 'ਚ ਕਿਸੇ ਦਾ ਵੀਜ਼ਾ ਲੱਗਦਾ ਉਹਨੂੰ ਤਾਂ ਲੱਗਦਾ ਲੱਖਾਂ ਵਿੱਚੋਂ ਇੱਕ ਹੈ। ਠੀਕ ਹੈ ਜੀ। ਪਰ ਇੱਥੇ ਆ ਕੇ ਵੇਖਦਾ ਕਿ ਉਹਦੇ ਵਰਗੇ ਕਈ ਲੱਖਾਂ ਘੁੰਮ ਰਿਹਾ। ਤੇ ਇਹ ਚੀਜ਼ ਹੈ ਕਿ ਮੈਂ ਕਹੂੰਗਾ ਕਿ ਦੇਖੋ, ਆਣਾ ਇਸ ਕੰਟਰੀ 'ਚ ਮਾੜਾ ਨਹੀਂ ਜੀ, ਕਿਉਂਕਿ ਇੱਧਰ ਦੇ 1 ਰੁਪਈਆ ਉੱਧਰ 100 ਰੁਪਏ ਦਾ ਕੰਮ ਕਰਦਾ, ਕਿਉਂ ਮਾੜਾ ਜੀ। ਪਰ ਹੁਨਰ ਸਿੱਖ ਕੇ ਆਓ। ਸਟੂਡੈਂਟ ਵੀਜ਼ਾ ਜਿਹੜਾ ਵਾ ਨਾ, ਇੱਕ ਤਰੀਕੇ ਦੇ ਪੈਸੇ ਦੀ ਖਰਾਬੀ ਹੈ, ਕਿਉਂਕਿ ਪਹਿਲਾਂ ਆ ਕੇ ਅਸੀਂ ਸਟੂਡੈਂਟ ਦੇ ਬੇਸ ਤੇ ਕੀ ਕਹਿੰਦੇ ਆ ਕਿ 20 ਘੰਟੇ ਕੰਮ ਕਰ ਸਕਦੇ ਆ। ਠੀਕ ਹੈ। ਫਿਰ ਉਸ ਤੋਂ ਬਾਅਦ ਜੇ ਹੁਣ ਸੁਣ ਚਾਹੇ PSW ਪੋਸਟ ਸਟੱਡੀ ਵਰਕ ਵੀਜ਼ਾ ਬੰਦ ਕਰ ਰਿਹਾ। ਠੀਕ ਹੈ। ਤੇ ਉਹ ਆ ਚੀਜ਼ ਕਿ ਹਿੰਦੁਸਤਾਨ ਵਿੱਚ, ਪੰਜਾਬ ਵਿੱਚ ਹਾਲਾਤ ਖਰਾਬ ਹੋ ਰਿਹਾ, ਕਮਾਈਆਂ ਘਟ ਰਹੀਆਂ ਤੇ ਖਰਚੇ ਵੱਧ ਰਹੇ ਆ ਜੀ। ਉਸ ਕਰਕੇ ਇਹ ਵਾ ਕਿ ਉੱਥੇ ਲੋਕਾਂ ਨੂੰ ਤਸੱਲੀ ਨਹੀਂ ਹੁੰਦੀ। ਠੀਕ ਹੈ। ਉਹ ਕਹਿੰਦੇ ਨਾ ਕਿ ਜਿਵੇਂ ਇੱਕ ਲੱਡੂ ਜਦੋਂ ਖਾਓ ਨਾ, ਉਹਦਾ ਸਵਾਦ ਨਾ ਲਿਆ ਤੇ ਉਹ ਮਾੜਾ ਜਾਂ ਚੰਗਾ ਕਿਵੇਂ ਪਤਾ ਲੱਗਦਾ। ਜੀ। ਉਹੀ ਗੱਲ ਹੈ, ਜੇ ਮੈਂ ਕਹਾਂਗਾ ਕਿ ਨਾ ਆਓ ਤੇ ਤਾਂ ਵੀ ਉਹ ਹੁੰਦਾ ਕਿ ਲੈ ਬਈ ਮੈਂ ਤਾਂ ਇੱਥੇ ਖਲੋਤਾ ਵਾ, ਮੈਂ ਵੀ ਆਪਣੇ ਆਪ 'ਚ ਜੇ ਉੱਥੇ ਸੁਣਦਾ ਵਾ ਨਾ ਇਹ ਗੱਲ, ਚਲਾ ਗਿਆ ਤੇ ਸਾਰਾ ਬੰਦਾ ਆਣਾ। ਮੈਂ ਕਹਿੰਦਾ ਆਪਣਾ ਚੰਗੀ ਤਰ੍ਹਾਂ ਵਿਚਾਰ ਕੇ ਆਓ। ਹਾਂ, ਸਟੂਡੈਂਟ ਨਾਲ ਵਧੀਆ ਸਕਿੱਲ ਵਰਕਰ ਵੀਜ਼ਾ ਤੇ ਆਓ, ਕਿਉਂਕਿ ਪੈਸੇ ਤੇ ਉਨੇ ਲੱਗਦੇ ਆ। ਤੁਹਾਨੂੰ ਖੁੱਲੀ ਵਰਕ ਦੀ ਪਰਮਿਸ਼ਨ ਹੁੰਦੀ ਹੈ ਤੇ ਤੁਸੀਂ ਜਿਹੜਾ ਹੈ ਉਸ ਤੋਂ ਬਾਅਦ ਕਮਾਈ ਕਰ ਸਕਦੇ ਹੋ, ਖੁੱਲੀ ਕਮਾਈ ਕਰ ਸਕਦੇ ਹੋ। ਅੱਛਾ, ਇੱਕ ਚੀਜ਼ ਮੈਨੂੰ ਦੱਸਿਓ ਕਿ ਹੁਣ 3 ਮਹੀਨਿਆਂ ਦੇ ਵਿੱਚ ਕੀ ਮਹਿਸੂਸ ਹੋਇਆ ਕਿ ਜੇ ਤੁਸੀਂ ਸਧਾਰਨ ਬੰਦੇ ਦੇ ਤੌਰ ਤੇ ਕੰਮ ਕਰਦੇ ਹੋ, ਜਿਹਨੂੰ ਕੋਈ ਹੁਨਰ ਨਹੀਂ ਆਉਂਦਾ, ਉਹ ਠੀਕ ਹੈ, ਜਾਂ ਕੋਈ ਬਿਜਲੀ ਦਾ, ਕਾਰਪੈਂਟਰ ਦਾ ਕੋਈ ਕੰਮ ਸਿੱਖ ਕੇ ਆਵੇ, ਉਹਦੀ ਵਕਤ ਜ਼ਿਆਦਾ? ਦੇਖੋ, ਸਕਿੱਲ ਹੋਣਾ ਜ਼ਿਆਦਾ ਜ਼ਰੂਰੀ ਹੈ ਕਿ ਮਤਲਬ ਐਵੇਂ ਮੂੰਹ ਚੁੱਕ ਕੇ ਆ ਜਾਈਏ ਕਿ ਮਤਲਬ ਠੀਕ ਹੈ ਆਪਾਂ ਉੱਥੇ ਪੜ੍ਹਦੇ ਹੋਏ ਸੀਗੇ, ਕਦੀ ਘਰ ਦੇ ਕੰਮਾਂ ਨੂੰ ਹੱਥ ਨਹੀਂ ਲਾਇਆ, ਬਾਹਰ ਕਿਸੇ ਕੰਮ ਨੂੰ ਸਿੱਖਿਆ ਨਹੀਂ, ਉਹ ਬੰਦਾ ਇੱਥੇ ਸਫਲ ਨਹੀਂ ਹੋ ਸਕਦਾ। ਉਹ ਉਂਝ ਹੈ ਕਿ ਜਿਵੇਂ ਦਿਹਾੜੀ ਮਿਲ ਗਈ ਤੇ ਠੀਕ ਹੈ, ਨਹੀਂ ਮਿਲੀ ਤੇ ਨਹੀਂ। ਜੇ ਕੰਮ ਆਉਂਦਾ ਤਾਂ ਇੱਥੇ ਕੰਟਰੀ 'ਚ ਪਛਾਣ ਹੁੰਦੀ ਹੈ ਜੀ। ਤੇ ਇਸ ਕਰਕੇ ਇਹ ਵਾ ਕਿ ਤੁਸੀਂ ਕੰਮ ਸਿੱਖ ਕੇ ਆਓ, ਬੇਸ਼ੱਕ 6 ਮਹੀਨੇ ਲੇਟ ਆ ਜਾਓ, ਪਰ ਇਹ ਵਾ ਹੱਥ ਦਾ ਹੁਨਰ ਆਉਂਦਾ ਹੋਏ ਤੇ ਤੁਸੀਂ ਇੱਥੇ ਖੜੇ ਹੋ ਸਕਦੇ ਹੋ। ਅੱਛਾ, ਇੱਕ ਬਹੁਤ ਵੱਡਾ ਸਵਾਲ ਹੁੰਦਾ ਵੀ ਇੱਕ ਵਾਰੀ ਉੱਥੇ ਪਹੁੰਚ ਜਾਈਏ, ਚਾਹੇ ਕਿਸੇ ਵੀਜ਼ੇ ਦੇ ਉੱਤੇ ਪਹੁੰਚੀਏ, ਮੁੜ ਕੇ ਕੰਮ ਸੂਤ ਆ ਜਾਣਾ, ਫਿਰ ਕੋਈ ਨਾ ਕੋਈ ਜੁਗਾੜ ਲੱਗ ਹੀ ਜਾਊਗਾ ਪੱਕੇ ਹੋਣ ਦਾ। ਜੇ ਉਹ ਇੱਥੇ ਆ ਕੇ ਫਿਰ ਕਿੰਨੇ ਕੁ ਜੁਗਾੜ ਲੱਗਦੇ, ਕਿੰਨੇ ਕੁ ਰਾਹ ਆ? ਦੇਖੋ, ਜੇ ਤੇ ਕੋਈ ਆ ਰਿਹਾ ਵਾ ਐਜ਼ ਏ ਅਨਮੈਰਿਡ ਪਰਸਨ, ਟੀਨੇਜਰ 20-25 ਸਾਲਾਂ ਦੇ ਵਿੱਚ ਛੜਾ ਚਾਹੁੰਦਾ ਹੈ, ਤੇ ਉਹ ਫਿਰ ਮਤਲਬ ਵਿਜ਼ਟਰ ਤੇ ਆਇਆ ਤੇ ਉਹ ਤੇ ਐਵੇਂ ਕਹਿੰਦੇ ਆ ਕਿ ਪਾਪੜ ਵੇਲਣ ਵਾਲੀ ਗੱਲ ਹੈ ਕਿ ਉਹ ਜਿਹੜੀਆਂ ਗੱਲਾਂ ਸੁਣੀਆਂ ਨਾ ਉਹ ਉੱਥੇ ਹੀ ਰਹਿ ਨਹੀਂ ਆਵਾ। ਤੇ ਜੇ ਹਾਂ ਸਟੱਡੀ ਵਗੈਰਾ ਤੇ ਆਇਆ ਹੋਏ, ਫਿਰ ਉੱਥੇ ਮੈਰਿਜ ਮੈਂ ਦੇਖਦਾ ਪੰਜਾਬੀ ਲੋਕ ਆਪਸ 'ਚ ਮੈਰਿਜ ਕਰਦੇ ਆ, ਉਹ ਅੱਗੋਂ ਬੇਬੀ ਪੈਦਾ ਹੁੰਦੇ, ਬੇਬੀ ਦੇ ਕਰਕੇ ਉਹਨਾਂ ਨੂੰ ਵੀ ਸਿਟੀਜ਼ਨਸ਼ਿਪ ਮਿਲਦੀ। ਇਹ ਇੱਕ ਲੀਗਲ ਲਾ ਵਾ ਜੇ ਤੇ UK ਗਵਰਨਮੈਂਟ ਪਰਮਿਟ ਕਰਦੀ ਹੈ। ਤੇ ਜੇਕਰ ਇੰਝ ਵਾ ਕਿ ਸੁਣੀਆਂ ਸੁਣਾਈਆਂ ਗੱਲਾਂ ਤੇ ਆਉ ਨਾ, ਉਹ ਫਿਰ ਸੁਣੀਆਂ ਸੁਣਾਈਆਂ ਰਹਿ ਜਾਂਦੀਆਂ ਕਿ ਇਹਨੂੰ ਦੋਸ਼ ਥੋੜ੍ਹਾ ਨਾ ਦੇ ਸਕਦੇ ਜਦੋਂ ਤੁਸੀਂ ਇਹ ਵਾ। ਖੂਹ ਦੀ ਮਿੱਟੀ ਖੂਹ ਨੂੰ ਲੱਗਦੀ ਹੈ ਕਿ ਕੁਛ ਠੀਕ ਹੋ ਜਾਂਦਾ ਹੈ ਕੰਮ, ਜਾਣੀ ਖੂਹ ਦੀ ਮਿੱਟੀ ਖੂਹ ਨੂੰ ਲੱਗਣ ਦਾ ਵੀ ਜਿੰਨੀ ਕੁ ਕਮਾਈ ਹੁੰਦੀ ਹੈ ਉਹਦੇ ਵਿੱਚੋਂ ਮੋਟੇ ਪੈਸੇ ਬੰਦਾ ਪਿੰਡ ਨੂੰ ਭੇਜ ਸਕਦਾ ਕਿ ਕਿਰਾਇਆ, ਗਰੋਸਰੀ, ਟੈਲੀਫੋਨ ਦਾ ਬਿੱਲ, ਹੋਰ ਲਟਰਮ ਸ਼ਟਰਮ ਵੀ ਖਰਚੇ ਹੁੰਦੇ ਆ? ਕੀ ਲੱਗਦਾ ਅੱਜ ਦੇ ਸਮੇਂ 'ਚ? ਦੇਖੋ, ਜੇ ਤੇ ਬੰਦਾ ਇਕੱਲਾ ਆਇਆ ਵਾ ਤੇ ਫਿਰ ਉਹਨੂੰ ਇਹ ਵਾ ਕਿ ਕੁਝ ਚਿਰ ਲੱਗਦਾ ਵਾ ਆਪਣੇ ਪਹਿਲਾਂ ਤੇ ਖਰਚੇ ਹੀ ਕਰੇਗਾ, ਕਿਉਂਕਿ ਅਸੀਂ ਇੰਡੀਆ ਤੋਂ ਆਏ ਸੀਗੇ 1,30,000 ਰੁਪਈਆ ਸਿੱਧਾ 2 ਮਹੀਨੇ ਦਾ ਕਿਰਾਇਆ ਪਲੱਸ 1 ਮਹੀਨੇ ਦਾ ਡਿਪੋਜ਼ਿਟ ਦਿੱਤਾ। ਠੀਕ ਹੈ। ਉੱਥੇ 1 ਲੱਖ ਰੁਪਈਆ ਅਸੀਂ ਕਦੀ ਕਿਰਾਇਆ ਨਹੀਂ ਦਿੰਦੇ ਹੈਗੇ, ਸਾਲ ਦਾ ਕਿਰਾਇਆ ਵੀ 1 ਲੱਖ ਨਹੀਂ ਹੁੰਦਾ, ਇੱਥੇ 2 ਮਹੀਨਿਆਂ ਦਾ ਹੋ ਗਿਆ। ਤੇ ਇਸ ਕਰਕੇ ਇਹ ਵਾ ਕਿ ਪਹਿਲਾਂ ਤੇ ਉਹ ਖਰਚਾ ਕਰਦਾ ਹੈ, ਜੋ ਖਰਚਾ ਭਰਤੀ ਪੂਰੀ ਕਰੇ ਕਿ ਜੇਬ 'ਚ ਪਹਿਲਾਂ ਖਾਲੀ ਹੋਈ, ਜੇ ਜੇਬ 'ਚ ਪੈਸੇ ਭਰੇਗਾ ਕਿ ਬਾਈ ਜਿੰਨੇ ਲੈ ਆਏ ਉਹਨੇ ਪੂਰੇ ਕਰਾਂ ਫਿਰ ਮੈਂ ਇੰਡੀਆ ਭੇਜਾਂ। ਇਸ ਕਰਕੇ ਇਕੱਲੇ ਬੰਦੇ ਨਾਲ ਘੱਟ ਕਮਾਈ ਹੋਣੀ ਹੈ।
ਜੇ ਉਹਨੂੰ ਸਕਿੱਲ ਵੀ ਆਉਂਦੀ ਹੈ ਤਾਂ ਉਹਨੂੰ ਉਹ ਕਮੀ ਜਿਹੜੀ ਆਉਂਦੀ ਆ ਪੂਰੀ ਹੋ ਜਾਂਦੀ ਹੈ ਕਿ ਖਰਚੇ ਹੋ ਗਏ ਹੁੰਦੇ ਆ, ਉਹਨੂੰ ਫਿਰ ਕਿਰਾਇਆ ਮਕਾਨ ਦਾ ਕੱਢਣਾ, ਬਿਜਲੀ ਦਾ ਬਿੱਲ ਦੇਣਾ, ਆਪਣਾ ਖਾਣ ਪੀਣ ਦਾ ਸਮਾਨ ਦਾ ਕੱਢਣਾ। ਇਸ ਕਰਕੇ ਇਹ ਵਾ ਕਿ ਉਹਨੂੰ ਪੂਰਾ ਕਰਦੇ ਹੋਏ ਤਾਂ ਥੋੜ੍ਹਾ ਦੇਰ ਲੱਗੇਗੀ। ਅਤੇ ਉਹਦੇ ਵਿੱਚ ਫਿਰ ਜੇਕਰ ਹੱਥ ਘੁੱਟ ਕੇ ਫਿਰ ਨਾਲ ਚੱਲਦਾ ਰਹੇ ਤਾਂ ਫਿਰ ਪੈਸੇ ਬਣਨੇ ਵੀ ਸ਼ੁਰੂ ਹੋ ਜਾਂਦੇ। ਇੰਝ ਨਹੀਂ ਹੈਗਾ ਕਿ ਨਹੀਂ ਬਣਦੇ, ਪਰ ਹਾਂ ਜੇ ਉਹਨੂੰ ਸਕਿੱਲ ਆਉਂਦੀ ਹੋਏ। ਮੈਂ ਦੇਖੋ, ਮੈਂ ਇਕੱਲਾ ਆਇਆ, ਮੈਨੂੰ ਕੋਈ ਸਕਿੱਲ ਨਹੀਂ ਸੀਗੀ ਅਤੇ ਮੈਂ ਇੱਥੇ ਦਿਹਾੜੀਆਂ ਵੀ ਕੀਤੀਆਂ ਵਾ। ਚੰਗਾ ਰੱਬ ਦੀ ਦਇਆ ਵਾ, ਬਾਬਾ ਪਹਿਲੀ ਪਾਤਸ਼ਾਹੀ ਦਾ ਗੁਰਦੁਆਰਾ ਵਾ ਜਿਹੜਾ, ਉਹਨਾਂ ਦਾ ਬਹੁਤ ਦਇਆ ਵਾ। ਮੇਰੇ ਗੁਰੂ ਮਹਾਰਾਜ ਜਿਨ੍ਹਾਂ ਨੂੰ ਮੈਂ ਮੰਨਦਾ ਉਹਨਾਂ ਦੀ ਬੜੀ ਦਇਆ ਹੈ ਕਿ ਮੈਨੂੰ ਇੱਥੇ ਖੱਜਲ ਖੁਆਰ ਘੱਟ ਹੋਣਾ ਪਿਆ ਵਾ। ਅਤੇ ਇਹ ਗੱਲ ਹੈ ਕਿ ਜੇਕਰ ਮਤਲਬ ਤੁਸੀਂ ਸ਼ਾਇਦ ਨੀਅਤ ਸੱਚੀ ਹੋਏ, ਕਹਿੰਦੇ ਕਿ ਰੱਬ ਵੀ ਮਦਦ ਕਰਦਾ, ਉਹ ਗੱਲ ਹੈ। ਪਰ ਇਹ ਵਾ ਕਿ ਜੇ ਤੁਸੀਂ ਸਕਿੱਲ ਹੋਵੋਗੇ ਤਾਂ ਉਹ ਕਮੀ ਛੇਤੀ ਪੂਰੀ ਕਰ ਲਓਗੇ। ਅਤੇ ਜੇ ਤੁਸੀਂ ਬਸ ਇੰਝ ਫਿਰਦੇ ਤੁਰਦੇ ਆ ਗਏ ਹੋ, ਉੱਥੇ ਵੀ ਫਿਰਦੇ ਤੁਰਦੇ ਹੋਈ ਅਤੇ ਇੱਥੋਂ ਵੀ ਫਿਰਦੇ ਤੁਰਦੇ, ਫਿਰ ਤੁਸੀਂ 2-4 ਦਿਨਾਂ 'ਚ ਆਪ ਹੀ ਕਹਿਣਾ ਕਿ ਭਾਈ ਬਸ ਬਹੁਤ ਹੋ ਗਿਆ, ਚੱਲੀਏ, ਪੈਸੇ ਨਹੀਂ ਹੈਗੇ ਹੁਣ। ਜਾਣੀ ਜੇ ਆਉਂਦੇ ਹੀ ਆ ਕੇ ਅਸੀਂ ਕਹੀਏ ਭਾਈ ਗੱਡੀ ਲੈ ਲੈਣੀ ਆ, ਇੱਥੇ ਵਧੀਆ ਰੈਸਟੋਰੈਂਟ ਦੇ ਵਿੱਚ ਰੋਟੀਆਂ ਖਾਣੀਆਂ, ਫੇਰ ਬਚਣਾ ਕੱਖ ਨਹੀਂ। ਨਾ ਉਹ ਤੇ ਕਹਿੰਦੇ ਖਾ ਵੀ ਹੈ ਵਧੀਆ ਰੈਸਟੋਰੈਂਟ 'ਚ। ਅਸੀਂ ਆਪਣੇ ਪੰਜਾਬ 'ਚ ਕਿੰਨੀ ਕੁ ਦੇਰ ਰੋਟੀ ਖਾਂਦੇ ਆ। ਇਹ ਬਸ ਹੁੰਦਾ ਵਾ ਕਿ ਉਹ ਪਤਾ ਕਿ ਇੱਕ ਕਹਿੰਦੇ ਨਾ ਸ਼ਹਿ ਦੇਣ ਵਾਲੀ ਗੱਲ, ਉਹ ਬਈ ਤੂੰ ਚੱਲ ਜਾ, ਤੂੰ ਤੇ ਬਸ ਫਿਰ ਇੰਝ ਬਣ ਜਾਣਾ। ਫਿਰ ਮੈਨੂੰ ਮੋਬਾਈਲ ਭੇਜੀ, ਘਰ ਦੇ ਵੀ ਕਹਿੰਦੇ ਆ, ਔਰ ਯਾਰ ਦੋਸਤ ਘਰ ਦੇ ਤਾਂ ਵਿਚਾਰੇ ਪੈਸੇ ਲਾ ਕੇ ਭੇਜਦੇ ਆ। ਉਹ ਰਿਸ਼ਤੇਦਾਰ ਵੀ ਚੱਲ ਫਿਰ ਤੂੰ ਜਾ ਰਿਹਾ ਤੇ ਮੇਰੇ ਵਾਸਤੇ ਮੋਬਾਈਲ ਭੇਜ, ਦੂਸਰਾ ਮੇਰਾ ਘੜੀ ਭੇਜਦੀ। ਹੁਣ ਲੱਗਦਾ ਪਤਾ ਨਹੀਂ ਇੱਥੇ ਕੋਈ ਲਾਟਰੀ ਨਿਕਲੀ ਹੈ ਕਿ ਉਹਨੇ ਆ ਕੇ ਲਾਟਰੀ ਪੁੱਟਣੀ ਹੈ ਅਤੇ ਉਹਦੇ ਪੈਸੇ ਬਣ ਜਾਣੇ। ਇੰਝ ਨਹੀਂ ਹੈਗਾ। ਇਹ ਵਾ ਕਿ ਹਾਸਾ ਮਜ਼ਾਕ ਵਿੱਚ ਭਾਵੇਂ ਕੋਈ ਕਹਦੇ, ਤੇ ਉਹ ਆ ਇਹਦੇ ਵਾਸਤੇ ਤੁਹਾਨੂੰ ਪਹਿਲਾਂ ਪੂਰੀ ਮਿਹਨਤ ਕਰਨੀ ਪੈਣੀ ਹੈ, ਫਿਰ ਤੁਸੀਂ ਇਹ ਚੀਜ਼ ਦੇ ਪੂਰੇ। ਸਫ਼ਰ ਬੱਸ 'ਚ ਕਰਦੇ ਹੋ? ਦੇਖੋ ਜੀ, ਇਹ ਤੇ ਡੇ ਸੇਵਰ ਲਈਦਾ ਵਾ ਜਦੋਂ ਜਾਣਾ, ਤੇ ਫਿਰ ਉਦੋਂ ਬੱਸ 'ਚ ਹੀ ਹੈ, ਕਿਉਂਕਿ ਆਏ ਆ ਤੇ ਕੋਈ ਨਾ ਤੇ ਘਰ ਵਾ ਨਾ ਗੱਡੀ ਹੈ। ਮੈਂ ਥੋੜੇ ਤੋਂ ਤਾਂ ਪੁੱਛ ਰਿਹਾ ਤਾਂ ਜੋ ਉੱਥੋਂ ਜਿਹੜੇ ਤਿਆਰ ਬੈਠੇ ਨੇ ਉਹਨਾਂ ਨੂੰ ਪਤਾ ਲੱਗ ਜਾਵੇ ਪਹਿਲਾਂ ਹੀ ਕਲੀਅਰ ਜਿਹਾ। ਭਾਈ ਬੱਸਾਂ ਦਾ ਜਿਵੇਂ ਉੱਥੇ ਪੰਜਾਬ ਰੋਡਵੇਜ਼ ਦੇ ਸਫ਼ਰ ਕਰਦੇ ਹੋ ਨਾ, ਉਹੀ ਹੈ। ਤੇ ਇਹ ਨਹੀਂ ਹੈਗਾ ਕਿ ਇੱਥੇ ਬੱਸਿਸ ਮਤਲਬ ਅੱਛਾ ਹੈ। ਮੈਂ ਕਹਿੰਦਾ ਕਿ ਸਵਰਗ ਆ ਇੱਥੇ। ਮਤਲਬ ਜੇ ਤੁਹਾਨੂੰ ਕੰਮ ਆਉਂਦਾ ਹੋਏ ਤਾਂ ਸਵਰਗ ਹੈ। ਇੱਕ ਬੈਡ ਵਰਸ ਵਸਟ ਦੀ ਫਾਰਮ ਹੁੰਦੀ ਹੈ, 3rd ਫਾਰਮ ਲੱਗਦੀ ਹੈ, ਜਾਂ ਤੇ ਵਸਟ ਹੋਏਗਾ ਜਾਂ ਬੈਸਟ ਹੋਏਗਾ। ਵਿੱਚ ਗੁੱਡ ਬੈਟਰ ਜਾਂ ਬੈਡ ਵਰਸ ਨਾ ਸੋਚਿਓ, ਵਿੱਚ ਵਿਚਾਲਾ ਕੁਝ ਨਹੀਂ ਹੈਗਾ। ਵਿੱਚ ਵਿਚਾਲਾ ਕੁਝ ਨਹੀਂ ਹੈਗਾ। ਬਹੁਤ ਸ਼ੁਕਰੀਆ ਜੀ। ਚਲੋ ਥੈਂਕ ਯੂ ਭਾਈ ਜੀ, ਮਿਹਰਬਾਨੀ ਮਹਾਰਾਜ। ਸੋ ਮਨੀਸ਼ ਜੀ ਮਿਲ ਪਏ ਸੀ, ਮਨੀਸ਼ ਸ਼ਰਮਾ ਜੀ, ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਜਲੰਧਰ ਤੋਂ ਹੀ ਨੇ। ਉਹਨਾਂ ਨੇ ਬਹੁਤ ਚੰਗੇ ਤਰੀਕੇ ਦੱਸ ਦਿੱਤਾ ਕਿ ਭਾਈ ਬੱਸਾਂ ਦੇ ਵਿੱਚ ਆਪਾਂ ਸਫ਼ਰ ਕਰਨਾ ਹੈ, ਪੈਸੇ ਆਪਾਂ ਬਚਾਉਣੇ ਆ, ਕੰਮ ਸਿੱਖ ਕੇ ਆਓ। ਤੇ ਜੇ ਉਹ ਵਰਕ ਵੀਜ਼ੇ ਵਾਲਾ ਕੰਮ ਜਿਹੜਾ ਥੋੜ੍ਹਾ ਜਿਹਾ ਇਹਨਾਂ ਨੇ ਘੁੱਟ ਦਿੱਤਾ, 6 ਮਹੀਨਿਆਂ ਦਾ ਵਰਕ ਵੀਜ਼ਾ ਜਿਹੜਾ ਅੱਗੇ ਰਹਿਣ ਦਿੱਤਾ, ਜੇ ਪੋਸਟ ਗ੍ਰੈਜੂਏਟ ਸਟੱਡੀ ਪਰਮਿਟ ਜਿਹਨੂੰ ਆਪਾਂ ਕਹਿ ਦਈਦਾ ਹੈ, ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਥੋੜ੍ਹਾ ਕਰ ਦਿੱਤਾ, ਤਾਂ ਫਿਰ ਬਹੁਤ ਔਖਾ ਹੋ ਜਾਊਗਾ। ਸੋ ਉਮੀਦ ਕਰਦੇ ਹਾਂ ਇੰਗਲੈਂਡ ਦੇ ਬਰਮਿੰਘਮ ਦੇ ਸੋਹੋ ਰੋਡ ਤੋਂ ਇਹ ਜਿਹੜੀਆਂ ਜਾਣਕਾਰੀਆਂ ਨੇ ਉਹ ਖਾਣੇ ਪੈਣਗੀਆਂ ਆਪਣੇ। ਆਪਾਂ ਨਹੀਂ ਕਿਸੇ ਨੂੰ ਰੋਕਦੇ ਭਾਈ, ਜਿਹਦਾ ਜੀ ਕਰਦਾ ਜੰਮ ਕੇ ਆਓ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇੱਥੇ ਆਣ ਕੇ ਫਿਰ ਨਿਰਾਸ਼ਾ ਦਾ ਸਾਹਮਣਾ ਨਾ ਆਪਾਂ ਨੂੰ ਕਰਨਾ ਪਵੇ। ਗੱਲ ਫੇਰ ਬਣਦੀ ਹੈ। ਸੋ ਇਧਰਲੇ ਪਾਸੇ ਇੱਕ ਵਾਰ ਫੇਰ ਆਪਾਂ ਦਿਖਾ ਦਈਏ ਕਿ ਇਹ ਸੋਹੋ ਰੋਡ ਹੈ, ਉਹਦਾ ਬੱਸ ਸਟਾਪ ਹੈ। ਆਮ ਤੌਰ ਦੇ ਉੱਤੇ ਇਧਰਲੇ ਪਾਸੇ ਕੰਧ ਹੁੰਦੀ ਹੈ, ਇਧਰਲੇ ਪਾਸੇ ਨੂੰ ਮੂੰਹ ਹੁੰਦੇ ਆ, ਪਰ ਇਹਨਾਂ ਨੇ ਇਧਰਲੇ ਪਾਸੇ ਕੰਧ ਰੱਖ ਕੇ ਮੂੰਹ ਇਧਰਲੇ ਪਾਸੇ ਨੂੰ ਕੀਤੇ ਹੋ ਆ। ਇਹਦੇ ਪਿੱਛੇ ਕਾਰਨ ਪਤਾ ਨਹੀਂ ਹੁਣ ਕੀ ਆ, ਪਰ ਵੱਖਰੇ ਤਰ੍ਹਾਂ ਦਾ ਬੱਸ ਆ ਗਈ ਆ ਜੀ। ਐਂ ਬੱਸ ਖੜਨੀ ਹੈ ਤੇ ਦੇਖੋ ਡਬਲ ਡੈਕਰ ਬੱਸ ਆ, ਇਹਦੇ ਵਿੱਚ ਸਫ਼ਰ ਕਰਨ ਦੀ ਕੋਸ਼ਿਸ਼ ਕਰਨੀ ਜੀ ਆਪਾਂ। ਆਹ ਲਓ ਜੀ, ਡਬਲ ਡੈਕਰ ਬੱਸ ਹੈ, ਬੜੇ ਆਰਾਮ ਦੇ ਨਾਲ ਸਾਰੇ ਇਹਦੇ ਵਿੱਚ ਚੜ੍ਹਨਗੇ ਤੇ ਸੋਹਣਾ, ਤੇ ਲਾਈਨ ਲਾ ਕੇ ਸਾਰੇ ਜਣੇ ਜਾਂਦੇ ਆ। ਕੋਈ ਇੱਕ ਦੂਜੇ ਦਾ ਜਿਹੜਾ ਉਹ ਗਿੱਟਾ ਨਹੀਂ ਛਿੱਲਦਾ ਕਿ ਮੈਂ ਪਹਿਲਾਂ ਜਾਣਾ, ਸਗੋਂ ਇੱਕ ਦੂਸਰੇ ਨੂੰ ਕਹਿੰਦੇ ਆ ਕਿ ਭਾਈ ਤੂੰ ਚੜ੍ਹ, ਮੈਂ ਤੁਹਾਡੇ ਤੋਂ ਬਾਅਦ ਵਿੱਚ ਆ ਜਾਊਂਗਾ। ਤੁਸੀਂ ਦੇਖ ਲਓ, ਕੋਈ ਖਿੱਚ ਤੂੰ ਕੀਤੀ ਕਿਸੇ ਨੇ, ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਜੀ ਇੱਦਾਂ ਦੀ। ਸੋ ਇੱਕ ਵਾਰ ਫਿਰ ਆਸ ਉਮੀਦ ਕਰਦੇ ਹਾਂ ਕਿ ਆਪਣੇ ਵੀ ਕਤਾਰਾਂ ਲੱਗਣੀਆਂ ਜਿਹੜੀਆਂ ਉਹ ਸ਼ੁਰੂ ਹੋਣਗੀਆਂ, ਤੇ ਕਤਾਰਾਂ ਲੱਗਣ ਤੋਂ ਬਾਅਦ ਫਿਰ ਅਸੀਂ ਇੱਕ ਦੂਜੇ ਦੇ ਗਿੱਟੇ ਗੁੱਟੇ ਛਿੱਲਣ ਤੋਂ ਬਿਨਾਂ ਜਿਹੜੀ ਹੈ ਉਹ ਚੀਜ਼ ਨੂੰ ਅੱਗੇ ਲਿਜਾਣ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਸੋ ਇਹ ਡਬਲ ਡੈਕਰ ਬੱਸ ਹੈ ਜੀ, ਇਹਦੇ ਵਿੱਚ ਹੀ ਬਹੁਤੇ ਪੰਜਾਬੀ, ਬਹੁਤੇ ਗੋਰੇ ਸਫ਼ਰ ਕਰਦੇ ਆ। ਕਾਰਾਂ ਥੋੜ੍ਹੇ ਲੋਕਾਂ ਦੇ ਕੋਲ ਨੇ, ਕਿਉਂਕਿ ਕਈ ਤਰ੍ਹਾਂ ਦੀਆਂ ਸਮੱਸਿਆਵਾਂ, ਖਰਚਾ ਜਿਹੜਾ ਉਹ ਬਹੁਤ ਹੈ। ਸੋ ਮੈਂ ਉਮੀਦ ਕਰਦਾ ਕਿ ਅੱਜ ਦੇ ਇਸ ਸੋਹੋ ਰੋਡ ਬਰਮਿੰਘਮ ਦੇ ਪ੍ਰੋਗਰਾਮ ਤੋਂ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਤੁਹਾਨੂੰ ਮਿਲੀਆਂ ਹੋਣਗੀਆਂ। ਸੋ ਸੋਹੋ ਰੋਡ ਤੋਂ, ਇੰਗਲੈਂਡ ਤੋਂ, UK ਤੋਂ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।